ਇੱਕ ਨਾਨਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਭੈਣ ਹੈ। ਇੱਕ ਨਾਨਕੀ ਜਿਨ੍ਹਾਂ ਨੂੰ ਮਾਤਾ ਨਾਨਕੀ ਕਿਹਾ ਤੇ ਉਹ ਭੈਣ ਨਾਨਕੀ ਨੇ ਮਾਤਾ ਨਾਨਕੀ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਮਹਿਲ ਸਨ, ਜਿਨ੍ਹਾਂ ਦੀ ਪਵਿੱਤਰ ਕੁੱਖ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਅਵਤਾਰ ਹੋਇਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਸਮੇਂ ਦਰਬਾਰ ਸਾਹਿਬ ਵਿੱਚ ਕੀਰਤਨ ਸਰਵਣ ਕਰਦੇ ਸਵਾਗਤੀ ਤੋਂ ਬਾਅਦ ਆਏ ਬਾਬਾ ਬੇਲੀ ਚੰਦ ਜੀ ਨਾਲ ਸਭ ਪਾੜ ਕੇ ਸਾਹਿਬਜ਼ਾਦੇ ਨੂੰ ਗਲ ਬੱਕੜੀ ਵਿੱਚ ਲਿਆ ਤੇ ਸਤਿਗੁਰਾਂ ਨੇ ਅਸੀਸਾਂ ਦਿੱਤੀਆਂ, ਪ੍ਰੇਰਨਾ ਕੀਤਾ। ਵਾਰ ਸਤਿਗੁਰਾਂ ਨੇ ਜਦੋਂ ਸੀਸ ਝੁਕਾਇਆ ਬਾਬੇ ਬੇਲੀ ਚੰਦ, ਬਾਬਾ ਬੁੱਢਾ ਸਾਹਿਬ ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਗੁਰਦਾਸ ਗੁਰੂ ਕਾ ਮਹਿਲ ਉਸ ਅਸਥਾਨ ਦਾ ਨਾਮ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਅਵਤਾਰ ਹੋਇਆ। ਅੰਮ੍ਰਿਤਸਰ ਦੀ ਧਰਤੀ ਹੈ। ਜਦੋਂ ਵੀ ਦਰਬਾਰ ਸਾਹਿਬ ਜਾਣਾ, ਸੰਗਤਾਂ ਨੂੰ ਸੱਚਖੰਡ ਹਰਿਮੰਦਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਥਾਨ ਦੇ ਵੀ ਦਰਸ਼ਨ ਦਿਦਾਰੇ ਕਰਕੇ ਆਉਣਾ ਚਾਹੀਦਾ ਹੈ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਵਤਾਰ ਹੋਇਆ, ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਬੁੱਢਾ ਜਿਹੜੀ ਹੈ ਉਮਰ ਜਿਹੜੀ ਹੈ 115 ਸਾਲ ਦੀ ਹੈ। ਉਸ ਸਮੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਹੱਥਾਂ ਵਿੱਚ ਖੜਾਇਆ ਹੈ। ਇੱਥੋਂ ਸਤਿਗੁਰੂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਜੀਵਨ ਲਿਆ ਬਾਬਾ ਬੁੱਢਾ ਜੀ ਨੇ। ਤੇ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੂੰ ਵੀ ਆਪਣੇ ਹੱਥਾਂ ਵਿੱਚ ਖੜਾਇਆ ਵੀ ਹੈ। ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਹਦਾ ਆਪ ਵਰ ਬਖਸ਼ਿਸ਼ ਕੀਤਾ ਸੀ ਬਾਬਾ ਬੁੱਢਾ ਜੀ ਨੇ ਆਪਣੇ ਹੱਥਾਂ ਵਿੱਚ ਖੜਾਇਆ ਵੀ ਤੇ ਉਸੇ ਗੁਰੂ ਦੇ ਸੇਵਕ ਬਣ ਕੇ ਅੰਮ੍ਰਿਤਸਰ ਦੀ ਧਰਤੀ ਤੇ ਵੀ ਰਹੇ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘਰ ਫਿਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਵਤਾਰ ਹੋਇਆ, ਅੱਜ ਦੇ ਦਿਨ
ਅਸੀਂ ਉਹ ਦਿਨ ਨੂੰ ਸਮਰਪਿਤ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ। ਉਦੋਂ ਵੀ ਬਾਬਾ ਬੁੱਢਾ ਜੀ ਪਾਵਨ ਇਤਿਹਾਸ ਕਹਿੰਦਾ ਕਿ 115 ਸਾਲ ਦੀ ਉਮਰ ਹੈ ਉਸ ਸਮੇਂ। 125 ਸਾਲ ਉਮਰ ਬਾਬਾ ਬੁੱਢਾ ਜੀ ਭੋਗ ਕੇ ਗਏ ਸੰਸਾਰ ਤੇ ਜੀ ਸਰੀਰ ਕਰਕੇ। 115 ਸਾਲ ਦੀ ਉਮਰ ਹੈ ਜਦੋਂ ਬਾਬਾ ਬੁੱਢਾ ਜੀ ਦੇ ਸਾਹਮਣੇ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਅਵਤਾਰ ਹੋਇਆ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੋਦੀ ਵਿੱਚ ਲੈ ਕਰਕੇ 12ਵੀਂ ਬਖਸ਼ਿਸ਼ ਕੀਤੇ ਸੀਸ ਝੁਕਾਉਂਦਿਆਂ ਕਿਹਾ। ਜਦੋਂ ਗੋਦੀ ਵਿੱਚ ਲੈ ਕੇ ਨੇਤਰ ਬੰਦ ਕਰਕੇ ਜੀਵਨ ਝੁਕਾਇਆ ਤੇ ਪੁੱਛਣ ਤੇ ਦੱਸਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿ ਇਹ ਸੰਕਟ ਮੋਚਨ ਵੀ ਹੈ। ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਸਰਾ ਕਰਦੇ ਹਨ ਕਿ ਨਾ ਕਿਸੇ ਦਾ ਇਹ ਸੰਕਟ ਵੇਖੇਗਾ ਨਾ ਕਿਸੇ ਦਾ ਨਗੇਜ। ਉਸ ਸਮੇਂ ਭਾਵੇਂ ਨਾਮ ਨਹੀਂ ਲਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਪਰ ਇਹ ਸਾਬਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਹੁਣ ਜਿਸ ਤਰ੍ਹਾਂ ਹਿੰਦੂ ਧਰਮ ਤੇ ਸੰਕਟ ਬਣਿਆ, ਨਗੇਜ ਹੋਣ ਲੱਗਾ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਾਦਰ ਤਾਣ ਕਰਕੇ ਉਹ ਨਗੇਜ ਢੱਕ ਲਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਕੁਝ ਸਮਾਂ ਰਹੇ। ਇੱਥੇ ਬਚਪਨ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਜ਼ਾਰਿਆ ਗਿਆ। ਫਿਰ ਗੁਰੂ ਪਾਤਸ਼ਾਹ ਮਹਾਰਾਜ ਇੱਥੇ ਹੀ ਬਾਬਾ ਅਟਲ ਰਾਏ, ਬਾਬਾ ਗੁਰਦਿੱਤਾ ਜੀ, ਬਾਬਾ ਹਰੀ ਜੀ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸੁਪੁੱਤਰ ਹਨ। ਜਦੋਂ ਪੋਤੇ ਨੂੰ ਗੱਦੀ ਦਿੱਤੀ ਨਾ ਸਤਿਗੁਰਾਂ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਪੋਤਰੇ ਨੂੰ ਗੱਦੀ ਦੇਣ ਦਾ ਫੈਸਲਾ ਕੀਤਾ। ਕੀਰਤਪੁਰ ਸਾਹਿਬ ਪਹਿਲਾਂ ਕਰਤਾਰਪੁਰ ਸਾਹਿਬ ਆਏ, ਚੌਥੀ ਜੰਗ ਇੱਥੇ ਸਤਿਗੁਰਾਂ ਨੇ ਲੜੀ ਹੈ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਬਚਪਨ ਵਿੱਚ ਬਾਲ ਜਵਾਨੀ ਦੇ ਵਿੱਚ ਹਨ ਤੇ ਜੰਗ ਵਿੱਚ ਜੂਝ ਕੇ ਜੰਗ ਵਿੱਚ ਜੌਹਰ ਵਿਖਾ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਆਏ ਤੇ ਸਤਿਗੁਰਾਂ ਨੇ ਉਦੋਂ ਇਹਨਾਂ ਦਾ ਨਾਮ ਜਿਹੜਾ ਬਹਾਦਰ ਕਿਹਾ। ਇਹਨਾਂ ਨੂੰ ਬਹਾਦਰੀ ਵਿਖਾਉਂਦਿਆਂ ਵੇਖ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ ਪਹਿਲਾ ਨਾਮ ਤੇਗ ਮੱਲ ਸੀ। ਫਿਰ ਸਤਿਗੁਰੂ ਕਹਿੰਦੇ ਤੂੰ ਬਹਾਦਰ ਹੈ, ਬਹਾਦਰੀ ਵਿਖਾਈ ਹੈ ਜੰਗ ਵਿੱਚ ਲੜ ਕੇ, ਇਸ ਕਰਕੇ ਅੱਜ ਤੋਂ ਬਾਅਦ ਤੇਰਾ ਨਾਮ ਤੇਗ ਮੱਲ ਨਹੀਂ ਤੇਗ ਬਹਾਦਰ ਹੈ। ਗੁਰੂ ਸਾਹਿਬ ਦੀ ਕਿਰਪਾ ਹੋਈ। ਇੱਥੋਂ ਫਿਰ ਕੀਰਤਪੁਰ ਸਾਹਿਬ ਸਤਿਗੁਰਾਂ ਨੂੰ ਜਾਣਾ ਪਿਆ। ਇਹ ਪਾਵਨ ਇਤਿਹਾਸ ਬੜਾ ਲੰਬਾ ਹੈ ਸਤਿਗੁਰਾਂ ਦਾ। ਅਸੀਂ ਸਮੇਂ ਦੇ ਹਿਸਾਬ ਨਾਲ ਸਤਿਗੁਰਾਂ ਦੇ ਪਾਵਨ ਜੀਵਨ ਦੇ ਦਰਸ਼ਨ ਦਿਦਾਰੇ ਕਰੀਏ ਕਿ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪਰਿਵਾਰ ਲੈ ਕੇ ਇੱਥੋਂ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਚਲੇ ਗਏ, ਉਦੋਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਗੁਰਮੁਖੀ ਬਿਰਤੀ ਦੇ ਅੰਦਰ ਹੈ ਤੇ ਬਚਪਨ ਵਾਲਾ ਜੀਵਨ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਗਏ। ਇੱਥੇ ਬਾਬਾ ਗੁਰਦਿੱਤਾ ਜੀ ਨੇ ਜੋ ਜ਼ਮੀਨ ਖਰੀਦੀ ਹੈ, ਇੱਥੇ ਉਹਨਾਂ ਦੇ ਸੁਪੁੱਤਰ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਵੇਖੋ ਚਾਚਾ ਲੱਗਦੇ ਹਨ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਦੇ ਗੁਰੂ ਤੇਗ ਬਹਾਦਰ ਮਹਾਰਾਜ। ਪਰ ਸਤਿਗੁਰਾਂ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੈ, ਗੱਦੀ ਫਿਰ ਦਾਦਾ ਜੀ ਦੇ ਕੋਲ ਨਹੀਂ ਹੈ, ਪਰ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹ ਸਮਾਂ ਜਿਹੜਾ ਹੈ ਪੋਤਰੇ ਨੂੰ ਬਖਸ਼ਿਸ਼ ਕੀਤਾ। ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਪੋਤਰਾ ਹਨ। ਕੀਰਤਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਗੁਰਤਾ ਗੱਦੀ ਦੇਣ ਦਾ ਫੈਸਲਾ ਜਦੋਂ ਉੱਥੇ ਕਰ ਲਿਆ ਕਿ ਪੋਤਰੇ ਨੂੰ ਦੇਣੀ ਹੈ ਗੱਦੀ, ਉਦੋਂ ਮਾਤਾ ਨਾਨਕੀ ਜੀ ਨਾਲ ਹਨ। ਬਾਬਾ ਬਕਾਲਾ ਸਾਹਿਬ ਨਾਮ ਜਿਹੜਾ ਤੇ ਬਾਅਦ ਵਿੱਚ ਪਿਆ ਜਦੋਂ ਸਤਿਗੁਰਾਂ ਨੇ ਇੱਥੇ ਤਪ ਕੀਤਾ। ਪਹਿਲਾਂ ਬਕਾਲਾ ਨਾਮ ਸੀ ਪਿੰਡ ਦਾ ਤੇ ਗੁਰੂ ਪਾਤਸ਼ਾਹ ਮਹਾਰਾਜ ਇੱਥੇ ਵਿਆਹੇ ਸਨ। ਨਾਨਕਿਆਂ ਦਾ ਪਿੰਡ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਜਦੋਂ ਗੁਰਤਾ ਗੱਦੀ ਦਾ ਫੈਸਲਾ ਸੁਣਿਆ ਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਮਾਤਾ ਨਾਨਕੀ ਜੀ, ਕਹਿਣ ਲੱਗੇ ਸਤਿਗੁਰਾਂ ਨੂੰ ਕਿ ਤੇਗ ਬਹਾਦਰ ਜਿਹੜਾ ਹੈ ਇਹ ਸੰਤ ਬਿਰਤੀ ਵਾਲਾ ਹੈ, ਕੁਝ ਜਾਣਦਾ ਨਹੀਂ ਬੋਲਦਾ ਵੀ ਨਹੀਂ ਹੈ ਜ਼ਿਆਦਾ। ਇਹਦੇ ਆਉਣ ਵਾਲੇ ਸਮੇਂ ਬਾਰੇ ਕੁਝ ਤੁਸੀਂ ਸੋਚਿਆ ਹੈ?
कि सानू दस देवो असीं उस पैरे ते रहीए। गुरु हरगोबिंद पातशाह महाराज ने अपार बख्शिश कृपा की। उदों कीरतपुर साहिब तो ही सतगुरां ने बचन किया कि तुसीं इन्हां नूं नाल लैके अपने पिंड बकाले चले जाओ, इहदे नानके चले जाओ। फिर जदों समा आवेगा इनू गुरता गद्दी मिलन तो पहला ही गुरु मन्निया जावे। गुरु हरगोबिंद पातशाह महाराज ने वचन होए ते ये पावन इतिहास है। गुरु प्यारी साध संगत जी, जदों बाबे नानक ने भाई लैणे नूं गुरु अंगद दे पातशाह बनाया, उदों उन्होंने भी कह दिता सी बाबा जी ने कि तुसीं हुण इत्थे करतारपुर नहीं रहना, खडूर चले जाओ। जिथे भी गुरता गद्दी मिली है उत्थों अगला स्थान जिहड़ा गुरु साहब ने लिया। हुण जदों इत्थे गुरता गद्दी प्राप्त होनी है तो सतगुरां ने जदों वर दे दिता कि समा आवेगा कि गुरता गद्दी मिलन तो पहला ही गुरु मन्निया जावे। धन गुरु तेग बहादुर महाराज माता नानकी जी नाल बाबे बकाले आउणा। जदों गुरु हरगोबिंद पातशाह महाराज कहंदे कि भावें गुरता गद्दी ते मिल जानी तां हुण तुसीं साडे नाल इत्थे कीरतपुर साहिब नहीं रह सकदे। हुण तुसीं इहनूं नाल लै के ते बकाले चले जाओ। गुरु हरगोबिंद पातशाह महाराज का वचन मन के पिता जी का गुरु तेग बहादुर महाराज के पिता हन ते सारियां नालों छोटे गुरु तेग बहादुर जी महाराज हैं। इन्हां तो वड्डे भी 3 पुत्र हैं उन्हां दे, बाबा गुरदित्ता जी, बाबा अटल राय जी, बाबा हनी जी इन्हां दे पुत्र हैं। पर बाबा अटल राय जी पहला ही अमृतसर की धरती ते सदमा भी सी गुरु तेग बहादुर महाराज कि जदों बाबा अटल जी बचपन में साथ इत्थे छड्ड गए अमृतसर साहिब, करामात विखा दित्ती है। बालकां दे नाल खेडदे एक मोहन नाम के बच्चे नूं सप लड़ गया है, उहदा जीवन खत्म हो गया। ते बाबे अटल नूं जदों पता चलिया ते जाके कहण लगे कि इहनूं होया कुछ नहीं, इहने उठना है। क्योंकि शाम नूं खेडदे सन इकट्ठे ते हुण बाबा अटल जी कहंदे इहदी वारी है ते उठ के वारी जणी साडे नाल खेडना है। बाबे अटल राय ने आवाज मार दित्ती, मोहन उठ तेरी वारी है। ते बाणी कहंदी साधु बोले सहज सुभाए, साधु का बोलिया बिरथा न जाए। बाबा अटल राय जी वो भी रब ने पुत्र संगत गुरु हरगोबिंद पातशाह जी ने उन्हां दा वचन पूरा हो गया ते मोहन उठ के बैठ गया। हुण गुरु हरगोबिंद पातशाह महाराज अपने पिता गुरु अर्जन देव पातशाह महाराज जी के वचनों को याद कराते हैं बाबा अटल राय नूं कि तुहाडे दादे का वचन है कि करामात विखाउणी कह रहे, तुसीं करामात विखाई है। इस करके हुण एक म्यान विच 2 तलवारां नहीं रह सकदियां, जां तुसीं रहोगे जां असीं रहांगे, एक नूं जाना पवेगा। ते गुरु प्यारी साध संगत जी बाबा अटल राय जी फिर कहण लगे ने तुसीं नहीं जाना, असीं जाना है। तुहाडे वर्गा होर कोई नहीं, तुसीं बहुत कारज करदे हन ते असीं जाना। बाबा अटल राय जी चादर काट के लेट के नाल ही सवासां दी कुंडी खत्म कर लई। बाबा गुरदित्ता जी कीरतपुर साहिब गऊ मोई जड़ी है जिंदी कर दी, उत्थे भी करामात विखा के जदों रखी तो इज्जत पत है। क्योंकि मुगलों ने इन्हां दे साथियां नूं घेरिया कि जे तू गुरु का पुत्र है तो इन्हां नूं छडाउण वास्ते गऊ जिंदी कर दे। ते गुरु साहब दे वचनां अनुसार उन्हां दी जान बचाउण वास्ते बाबा गुरदित्ता जी ने सोटी ला के गऊ जिंदी कर दी। पर इत्थे बाबा गुरदित्ते ने भी फैसला कर लिया कि हुण रहना नहीं संसार ते, उत्थे शरीर त्याग दिता। तां ही गुरु हरगोबिंद पातशाह महाराज इत्थों करतारपुर साहिब तो फिर कीरतपुर साहिब गए सन। हुण इत्थे सतगुरां ने माता नानकी नूं कह दिता कि तुसीं तेग बहादुर नूं नाल लैके नानके बकाले चले जाओ। समा आवेगा इहनूं गुरता गद्दी मिलन तो पहले गुरु मन्निया जावे। ते गुरु प्यारी साध संगत जी गुरु तेग बहादुर महाराज पावन इतिहास कहंदा कि इत्थे भोरा साहिब रेड़ा
ये पावन इतिहास है कि 26 साल 9 महीने 13 दिन सतगुਰਾਂ ने भगती की। पर जिथे भी सतगुਰਾਂ ਦਾ ਸਥਾਨ ਬਣਿਆ, ਅਸੀਂ ਅਨੰਦਪੁਰ ਸਾਹਿਬ ਜਾਈਏ, ਦਿੱਲੀ ਜਾਈਏ, ਸਾਰੇ ਅਥਾਹ ਭੋਰੇ ਬਣੇ ਹਨ। क्योंकि गुरु तेग बहादुर महाराज जी का सुभाव सी कि वो धरती तो थले होके बहिंदे सन। जिथे भी आसन लाते हैं उत्थे भोरा साहब धरती पटा लेंदे सन, नीवे होके बैठते सन। ते गुरु तेग बहादुर महाराज ने इत्थे 26 साल 9 महीने 13 दिन भगती की है। करतारपुर साहब जदों चौथी जंग होई इत्थे, उदों गुरु तेग बहादुर महाराज जी का विआह जिहड़ा माता गुजरी दे नाल गुरु हरगोबिंद पातशाह महाराज ने इत्थे करतारपुर साहब ही कर दिता सी। माता गुजरी जी रहण वाले तां लखनऊ दे सामने, पर परिवार के नाल दर्शन दीदारे करन वास्ते इधर नूं आए। उन्हां ने परिवार के नाल गुरु साहब की गलबात होई ते सतगुਰਾਂ ने गुरु हरगोबिंद पातशाह महाराज ने माता गुजरी जी का रिश्ता कबूल किया कि इत्थे गुरु तेग बहादुर महाराज जी का विआह कर दिता है। इत्थे पावन स्थान बने हैं करतारपुर साहब दे विच। गुरु तेग बहादुर महाराज जी का पावन प्रकाश दिहाड़ा है, असीं सारे समर्पित होए हां। उन्हां दी जीवन कथा जिहड़ी है, धन गुरु तेग बहादुर महाराज जदों प्रकाश होया, गुरु हरगोबिंद पातशाह जी के बचन अनुसार सतगुਰਾਂ ने अगे भी 3 पुत्र उन्हां दे हन, पर उन्होंने इन्हां नूं सीस झुकाया क्योंकि आने वाले समय का पता सी। कीरतपुर साहब यह भी वचन किया सतगुਰਾਂ ने कि तुसीं बकाले जाओ, इन्हां नूं गुरता गद्दी मिलेगी ते इन्हां दे घर ऐसा सूरमा जन्म लवेगा जिहड़ा मुगलों नूं भी मात देवे। गुरु पातशाह महाराज ने गुरु गोबिंद सिंह जी महाराज वाल भी इशारा किया है। धन साहिब श्री गुरु तेग बहादुर महाराज बाबा बकाला साहब अगला जीवन इन्होंने बतीत किया। इत्थों भगती तो उपरंत बाकी सतगुरु आनंदपुर साहब नूं गए हैं। जदों सतगुरु सिੱਖੀ का प्रचार करते करते शाम तक चले गए, उत्थे काम रूप देश के अंदर जदों राज कोई नहीं सी कर सकता क्योंकि जादूगरां का देश सी। वो अपने जादू के नाल ही किसी को जानवर बना देते सन, किसी को कोई पंछी बना देना। ते राजे जय सिंह नूं ये तृष्णा सी कि मैं काम रूप देश को जित लवां। जदों उन्होंने पता चलिया कि गुरु साहब इधर आए हुए हैं पटने की धरती वाल, सतगुरु पहला भी गए क्योंकि जिहड़ा भाई जेता रंग रेटा गुरु का बेटा जिहड़ा सीस लैके आया सी ना आनंदपुर साहब, वो रहन वाला पटने दस ਉਹਦੇ ਘਰ ਪਹਿਲਾਂ भी सतगुरु गए सन, चरण पाए ਉਹਦੇ ਘਰ रहे। ਉੱਥੇ राजे जय सिंह ਨੂੰ पता लगा सी गुरु साहब आए ने, इन्हां ਦੇ ਕੋਲੋਂ मदद ਲਈ जावे, ਨਾਲ ਲਿਆ ਜਾਵੇ, ਫਿਰ ਕਾਮ ਰੂਪ ਦੇਸ਼ ਦੇ ਉੱਤੇ ਕਬਜ਼ਾ ਕਰ ਸਕਦੇ। ਆਣ ਕੇ ਸਤਗੁਰਾਂ ਦਾ ਤਰਲਾ ਕੀਤਾ। ਗੁਰੂ ਸਾਹਿਬ ਜੀ ਬੇਨਤੀ ਨੂੰ ਪ੍ਰਵਾਨ ਕਰਕੇ ਕਾਮ ਰੂਪ ਦੇਸ਼ 'ਚ ਗਏ राजे जय सिंह ਦੇ ਨਾਲ। फिर उत्थे सतगुਰਾਂ ਦੇ ਅੱਗੇ ਕਿਸੇ ਦੀ ਕੋਈ करामात कोई जादूगिरी चली ना। राजे जय सिंह ने उत्थे भी अपना राज कायम कर लिया। वो राजा जय सिंह ने गुरु हरकृष्ण महाराज 8वें पातशाह नूं अपने बंगले दे विच पनाह दित्ती। सतगुਰਾਂ ने सुभाईमान उन्हां नूं करवाया। अज बंगला ਸਾਹਿਬ किहा जांदा है। गुरु साहब जी दे पावन बचन बहुत हैं जिहड़े साडे जीवन दा सिद्धांत बनदे हैं। गुरु तेग बहादुर महाराज कहते भै काहू को देत नह भै मान त्याग। गुरु साहब के वचन हैं कि ना किसी को डर देना, ना किसी का डर मनना। यह गुरसिख का जीवन होवे। भोग के श्लोकां अंदर बड़ा ज्ञान सतगुਰਾਂ ने बख्शिश किया है। 10 पातशाहियां दे विचों अमृतसर की धरती ते प्रकाश जिहड़ा गुरु तेग बहादुर महाराज जी का होया। जिथे प्रकाश होया जदों सतगुरु बाबा बकाला साहब तो भाई मक्खण सल बाणे नाल गए दर्शन करन, उदों उन्हां संतां ने दरवाजे बंद करना क्योंकि उन्होंने मन में यह सी कि गुरु साहब अंदर आ गए, उन्होंने नाल संगत गुरता गद्दी वाले हैं, सारी संगत इन्हां नाल जुड़ेगी, साडे कोल चढ़ावा भी नहीं रहना। इस करके उन्होंने दरवाजे बंद किए ते सतगुਰਾਂ ने वचन कर दिता, श्राप दे दिता कि अमृत सरिए अंदर सरिए। उदों श्राप दिता सी सतगुਰਾਂ ने
फिर जदों सतगुरु वापस आए वल्ले पिंड दीयां संगतां ने गुरु साहब नूं पनाह दे के हथ जोड़ के बेनती करके वल्ले पिंड दीयां बीबियां माइयां जड़ियां सतगुरां नूं कोठा साहब लै गईयां। अज कोठा साहब वो पावन स्थान है। उस कोठे विच सतगुरु बैठे ते माइयां ने बड़ी सेवा की गुरु तेग बहादुर महाराज की। उत्थे संगतां अमृतसर तो आ गईयां। पता लग गया ना वसंदा ने वापस भेज दिता ते श्राप दिता। सतगुरां ने बेनती करन आईयां ते इत्थे सतगुरां ने फिर वचन कीता है माइयां रब रजाइयां गुर कारा लाइयां। इत्थे सतगुरां ने फिर वचन करके गुरु चरणां दे नाल जोड़ लिया। धन गुरु तेग बहादुर महाराज जी दा अज पावन पवित्र प्रकाश दिहाड़ा है। सरबत संगतां नूं लख लख मुबारकां होण। धन गुरु तेग बहादुर महाराज 1621 नूं ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘਰ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਅਵਤਾਰ ਧਾਰਨ ਕੀਤਾ। ਅੱਜ ਉਸ ਸਥਾਨ ਦਾ ਨਾਮ ਹੈ ਗੁਰੂ ਕਾ ਮਹਿਲ। ਉੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਵੀ ਆਏ, ਗੁਰੂ ਰਾਮਦਾਸ ਵੀ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੀ ਆਏ। 1664 ਨੂੰ ਸਤਿਗੁਰਾਂ ਨੂੰ ਗੁਰਤਾ ਗੱਦੀ ਮਿਲੀ ਹੈ ਤੇ 1675 ਨੂੰ ਸਤਿਗੁਰੂ ਦਿੱਲੀ ਚਾਂਦਨੀ ਚੌਂ ਸ਼ਹੀਦੀ ਪ੍ਰਾਪਤ ਕਰ ਗਏ। गुरु साहब के पावन बचन अपने जीवन में वसाइए ते सतगुरां दे बचन अनुसार जीवन चला करके जो लाह है जीवन का वो प्राप्त करिए। 10वें स्वरूप अंदर जो गुरु ग्रंथ साहब जी के चरणों के नाल जोड़दे सतगुरां ने कहा आज्ञा पई काल की तबह चलायो पंथ सब सिखन को हुक्म है गुरु मानियो ग्रंथ। हुक्म तां किया सतगुरां ने पहला कह दिता कि अकाल की आज्ञा है। ये अपना कोई विचार नहीं। हुक्म अकाल का होया कि गुरु ग्रंथ साहब नूं शब्द गुरु नूं गुरु मनना है। गुरु साहब कृपा करन सरबत संगतां नूं दरों करो नाम दान गुरसिੱਖੀ जीवन बख्शन। धन गुरु गोबिंद सिंह जी महाराज की बख्शी फतेह नाल सांझ पाइए करिए रसना पवित्र गज के बुलाओ जी। वाहिगुरू जी का खालसा वाहिगुरू जी की फतेह। गुरु प्यारी साध संगत जी हुण सत्संग के शब्द पढ़े जाणगे परंत नाल ही आनंद साहब जी का जाप होएगा। अरदास हो जाएगी। सारी संगतां वास्ते कहल सेवा है गुरु का लंगर छक के जाओ। वाहिगुरू जी का खालसा वाहिगुरू जी की फतेह।
रहम तेरी सुख पाया सदा नानक की अरदास ओंकार। वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई ध्याई। फिर अंगद गुर ते अमरदास रामदास होई सहाय। अर्जन हर गोबिंद सिमर श्री हर राय। श्री हरि कृष्ण जी ध्याइया जिस डिठा सब दुख जाए। तेग बहादुर सिमरिया घर नाम दयाव धाए। सुन थाई हुए सहाय। दसवें पातशाह साहिब श्री गुरु गोबिंद सिंह साहब जी सब थाई हुए सहाय। दसां पातशाहियां दी जगती जोत। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ। ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ।
तिना प्यारिया सचियारिया भी कमाई दा ध्यान धर के खालसा जी साहिब बोलो जी। जिन्ना ਸਿੰਘਾ ਸਿੰਘਣੀਆਂ ने धर्म हित ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾ ਗੁਰਮੁਖਾ ਭਜੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਨੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪੇ ਅਕਾਲ ਪੁਰਖ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾਹ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੀ ਮਾਂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਨਾਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸਰਬੱਤ ਸੰਗਤਾਂ ਵੱਲੋਂ ਸਮਰਪਿਤ ਹੋ ਕਰਕੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਦਰਬਾਰ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਜਾਪ ਕਰਵਾਏ ਗਏ ਸਤਿਗੁਰੂ ਜੀ। ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਗਈਆਂ ਗੁਰਬਾਣੀ ਦਾ ਇਲਾਹੀ ਕੀਰਤਨ ਹੋਇਆ ਹੈ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਵਨ ਜਾਪ ਦੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਗੁਰਬਾਣੀ ਪੜ੍ਹਦਿਆਂ ਸ਼ਬਦ ਵਿਚਾਰ ਕਰਦਿਆਂ ਸ਼ਬਦ ਪੜ੍ਹਦਿਆਂ ਸੰਗਤ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਆਪ ਬਖਸ਼ਣ ਹਾਰ ਪਿਤਾ ਬਖਸ਼ ਲੈਣਾ ਅਗਾਹਾਂ ਤੋਂ ਸੁਧ ਕੇ ਸਪਸ਼ਟ ਗੁਰਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸੰਗਤ ਕਰਨ ਦੀ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਸਰਬੱਤ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਨਾਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ ਹੋ ਕੇ ਹਾਜ਼ਰੀਆਂ ਭਰੀਆਂ ਹਨ ਸਤਿਗੁਰੂ ਜੀ। ਕਿਰਪਾ ਕਰਿਓ ਸਰਬੱਤ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣਾ ਘਰਾਂ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਵੇਸ਼ ਕਰਨਾ ਨਗਰ ਖੇੜੇ ਵਿੱਚ ਠੰਡ ਵਰਤਾਉਣੀ ਆਉਣ ਵਾਲਾ ਸਮਾਂ ਆਪ ਜੀ ਦੀ ਕਿਰਪਾ ਦੇ ਸਦਕਾ ਸਰਬੱਤ ਸੰਗਤ ਵਾਸਤੇ ਚੜ੍ਹਦੀ ਕਲਾ ਵਿੱਚ ਆਵੇ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਚਮ ਕੜਾ ਪ੍ਰਸਾਦੀ ਦੇਗ ਸੱਜ ਕੇ ਹਾਜ਼ਰ ਹਜ਼ਾਰ ਪ੍ਰਵਾਨ ਹੋਵੇ। ਆਪ ਜੀ ਦੀਆਂ ਪਿਆਰੀਆਂ ਸੰਗਤਾਂ ਦੇ ਚਾਪ ਕੌੜਿਆਂ ਦਾ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਭੋਗ ਲੱਗੇ ਜੋ ਜੀ ਸਕੇ ਸੋ ਆਪ ਜੀ ਕਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ। ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਸਤਿਗੁਰੂ ਜੀ। ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚ ਸੁੰਦਰ ਵਿਸਾਖੇ ਬਣਾਏ ਗਏ ਹਨ ਅੰਗੀਕਾਰ ਕਰਨੇ ਸੰਗਤਾਂ ਦੇ ਲੋਕ ਪਰਲੋਕ ਵਿਖੇ ਪੜਦੇ ਢਕਣੇ ਚੜ੍ਹਦੀ ਕਲਾ ਕਰਨੀ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ
ਲਾਉਣਾ ਸਤਿਗੁਰੂ ਜੀ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਸੰਗਤ ਰੂਪ ਹੋ ਕਰਕੇ ਸੇਵਾ ਸਤਿਗੁਰੂ ਜੀ ਆਪ ਜੀ ਦੇ ਪਾਵਨ ਆਗਮਨ ਪੁਰਬ ਨੂੰ ਸਮਰਪਿਤ ਹੋ ਕਰਕੇ ਲਈ ਹੈ। ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਸੇਵਾ ਥਾਈ ਪਾਉਣੀ। ਗੁਰੂ ਪਾਤਸ਼ਾਹ ਮਹਾਰਾਜ ਸਿੱਖ ਸੰਗਤਾਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ। ਦਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨਾ ਸਤਿਗੁਰੂ ਜੀ। ਕਰੋ ਕਿਰਪਾ ਆਈ ਹੋਈ ਸੰਗਤ ਨੂੰ ਇਲਾਹੀ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ। ਅਪਰੰਤ ਹੁਕਮਨਾਮੇ ਤੇ ਚੱਲਣ ਦੀ ਸਮੱਤ ਬਖਸ਼ਣੀ ਸਤਿਗੁਰੂ ਜੀ। ਸੇਵਕ ਪਰਿਵਾਰ ਸਰਦਾਰ ਜਗਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਆਪ ਕਟ ਕੇ ਅੰਤਰ ਕੀ ਜਾਣਤ ਹੋ, ਕਿਰਪਾ ਕਰਿਓ ਸਿੱਖ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਸੇਵਕ ਪਰਿਵਾਰ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ। ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਿੱਚ ਆਵੇ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪ੍ਰਦੇਸ਼ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਦਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਣਾ। ਗੁਪਤ ਅਰਦਾਸਾਂ ਸਤਿਗੁਰੂ ਜੀ ਆਪ ਕੱਢ ਕੇ ਅੰਤਰ ਕੀ ਜਾਣਤ ਹੋ। ਸਿੱਖ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਕੇ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ। ਕਿਰਪਾ ਕਰੋ ਹੁਕਮਨਾਮੇ ਦੀ ਬਖਸ਼ਿਸ਼ ਕਰੋ। ਹੁਕਮਨਾਮੇ ਦੇ ਚੱਲਣ ਦੀ ਸਮੱਤ ਬਖਸ਼ਿਸ਼ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬਹਿ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਝ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਵਾਰ ਸਭ ਮਿਲਣਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸਰਦਾ ਕਰ ਸੇਵਨ ਵਾਹਿਗੁਰੂ। ਜੋ ਸਰਦਾ ਕਰ ਸੇਵਨ ਵਾਹਿਗੁਰੂ। ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਦਇਆ ਕਰੋ ਕਿਛ ਮੇਰੇ ਪਾਵਹੁ, ਡੁੱਬਦੇ ਪੱਥਰ ਤਾਰੇ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਥਾਈ। ਸਭ ਥਾਈ ਹੋਏ ਸਹਾਈ, ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਜ ਸੁਪਾਈ, ਦਰਸ਼ਨ ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਖਸਮ ਦੀ, ਦੂਰ ਅਰਸੋਂ ਪਰਸੋਂ ਟਟੀਆ। ਤੁਧ ਡਿਠਾ ਸੱਚੇ ਪਾਤਸ਼ਾਹ, ਵੱਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
गए बहोड़ बंदी छोड़ा निरंकार दुखदारी कर्म ना जाना धर्म न जाना लोभे माया तारी नाम परयो भगत गोविंद का ए रखो पैज तुम्हारी गए बहोड़ बंदी छोड़ा निरंकार दुखदारी कर्म ना जाना धर्म न जाना लोभी माया तारी नाम परयो भगत गोविंद का ए रखो पैज तुम्हारी हर जियो निमान अतुमान न चीज़िया चीज करे मेरा गोविंद तेरी कुदरत को कुर्बान रहा जैसा बालक भाए सुभाई लाखे अपराध कमावै तारे उपदेश झिड़के बहु भाती बौड़ पिता गल लावै पिछले अवगण बख्श लाए प्रभ आगे मार्ग पावै हर अंतर जामी सब विद जान तां किस पाया किस नैया कहने कथन न भीजै गोबिंद हर भावै पैज रखाइया अवर ओट में सगले देखी एक तेरी ओट रहाइया होए दयाल कृपाल प्रभु ठाकुर आपे सुने बिनती आम अवखद मुख पाया जन नाती पूरा सतगुर मेल मिलावे सब चुकै मन की चिंती हर हर नाम अवखद मुख पाया जन नानका सुख वसंती वाहिगुरु जी का खालसा वाहिगुरु जी की फतेह। सोरठ महला पंजवा। गए बहोड़ बंदी छोड़ा निरंकार दुखदारी कर्म न जाना धर्म न जाना लोभी माया धारी नाम परयो भगत गोविंद का एह राखो पैज तुम्हारी। वाहिगुरु जी का खालसा वाहिगुरु जी की फतेह। ਧੰਨ ਧੰਨ ਸਾਹਿਬ ਸ੍ਰੀ ਗੁਰੂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਜੁੜ ਕਰਕੇ ਜਿੱਥੇ ਗੁਰਪੁਰਬਾਂ ਨੂੰ ਸਮਰਪਿਤ ਹਾਂ, ਗੁਰਬਾਣੀ ਨੂੰ ਵੀ ਸਮਰਪਿਤ ਹੋਈਏ। ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸੁਪੁੱਤਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਜੀਵਨ ਅੰਮ੍ਰਿਤਸਰ ਤੋਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੋਇਆ। ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਇਹਨਾਂ ਦਾ ਪਾਵਨ ਅਵਤਾਰ ਹੋਇਆ। ਫਿਰ ਸਤਿਗੁਰ ਦਾ ਜਿਹੜਾ ਸਮਾਂ ਅੰਮ੍ਰਿਤਸਰ ਦੀ ਧਰਤੀ ਤੇ ਬਤੀਤ ਹੋਇਆ ਉਹ ਗੁਰਮੁਖੀ ਬਿਰਤੀ ਸੰਤ ਬਿਰਤੀ ਦੇ ਅੰਦਰ ਸਤਿਗੁਰਾਂ ਨੇ ਬਤੀਤ ਕੀਤਾ ਹੈ। ਪਾਵਨ ਇਤਿਹਾਸ ਕਹਿੰਦਾ ਕਿ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਜੋ ਤਾਲੀਮ ਦਿੱਤੀ ਹੈ, ਬਾਬਾ ਬੁੱਢਾ ਜੀ ਉਸ ਸਮੇਂ 115 ਸਾਲ ਦੇ ਸਨ ਤੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਜੋ ਤਾਲੀਮ ਦਿੱਤੀ ਹੈ 11 ਭਾਸ਼ਾ ਦੇ ਅੰਦਰ ਬਾਬਾ ਬੁੱਢਾ ਜੀ ਨੇ ਦੇਣੀ ਕੀਤੀ ਹੈ। ਘੋੜ ਸਵਾਰੀ, ਸ਼ਸਤਰ ਵਿਦਿਆ ਔਰ ਗੁਰਮਤਿ ਗਿਆਨ ਜਿਹੜਾ ਸਾਰੀਆਂ ਭਾਸ਼ਾਵਾਂ ਬਾਬਾ ਬੁੱਢਾ ਜੀ ਨੇ ਤਾਲੀਮ ਦੇ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਘੜਿਆ। ਫਿਰ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸਮੇਂ ਹੀ ਆਪਣਾ ਸਰੀਰ ਜਿਹੜਾ ਉਹ ਤਿਆਗ ਗਏ। ਆਤਮਾ ਕਰਕੇ ਪ੍ਰਮਾਤਮਾ ਵਿੱਚ ਲੀਨ ਹੋ ਗਏ। 125 ਸਾਲ ਦੀ ਉਮਰ ਉਹਨਾਂ ਨੇ ਬਤੀਤ ਕੀਤੀ ਹੈ। ਪਰ ਵੇਖੋ 9ਵੇਂ ਪਾਤਸ਼ਾਹ ਤੱਕ ਉਹਨਾਂ ਨੇ ਗੋਦੀ ਚ ਕਢਾਇਆ ਹੈ।
ਗੁਰੂ ਪਾਤਸ਼ਾਹ ਮਹਾਰਾਜ ਮੰਗਲ ਦੇ ਪਾਤਸ਼ਾਹ ਜੀ ਬਣੇ। ਉਹ ਵੀ ਬਾਬਾ ਬੁੱਢਾ ਜੀ ਦੀ ਗੋਦੀ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦੇ ਹੁਕਮ ਅਨੁਸਾਰ ਬਾਬਾ ਜੀ ਚੱਲਦੇ ਸਨ ਤੇ ਬਾਬਾ ਜੀ ਦਾ ਹੁਕਮ ਵੀ ਕੋਈ ਨਹੀਂ ਸੀ ਬੋਲਦਾ। ਹੁਣ ਅਸੀਂ ਸਤਿਗੁਰਾਂ ਦੇ ਪਾਵਨ ਬਚਨਾਂ ਦੇ ਨਾਲ ਦੀ ਸਾਂਝ ਪਾਈ ਹੈ, ਗੁਰੂ ਸਾਹਿਬ ਦੇ ਸਨਮੁਖ ਹੋਏ ਆ ਤੇ ਆਪਣੇ ਜੀਵਨ ਨੂੰ ਉਹਨਾਂ ਪੰਕਤੀਆਂ ਦੇ ਨਾਲ ਵੀ ਜੋੜੀਏ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਪ੍ਰੰਤ ਸਮਾਂ ਜਿਹੜਾ ਗੁਰੂ ਗੋਬਿੰਦ ਕਰ ਦਿੱਤਾ। ਪਹਿਲਾ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਬਾਬੇ ਨਾਨਕ ਨੇ ਨਿਰਮਲ ਪੰਥ ਚਲਾਇਆ ਤੇ 10ਵੇਂ ਸਰੂਪ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਜਨਾ ਕਰ ਦਿੱਤੀ ਤੇ ਅਖੀਰ ਵਿੱਚ ਸ਼ਬਦ ਗੁਰੂ ਦੇ ਨਾਲ ਹੀ ਜੀਵਨ ਜੋੜਿਆ ਤੇ ਸਾਨੂੰ ਇਹ ਪ੍ਰੇਰਣਾ ਦਿੱਤੀ ਕਿ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਅਤ ਜ਼ਰੂਰੀ ਹੈ। ਸੰਗਤਾਂ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਸੰਗਤ ਰੂਪ ਹੋ ਕਰਕੇ ਨਾਮ ਜਪਣਾ ਸਿਮਰਨ ਕਰਨਾ ਕਲਯੁਗ ਦਾ ਪਹਿਰਾ ਨਹੀਂ ਹੁੰਦਾ। ਪਰ ਜਦੋਂ ਅਸੀਂ ਖੰਡੇ ਬਾਟੇ ਦੀ ਦਾਤ ਲੈ ਲਵਾਂਗੇ ਤਾਂ ਕਲਕੀਆਂ ਵਾਲਾ ਪਾਤਸ਼ਾਹ ਆਪ ਕਿਰਪਾ ਕਰਦਾ ਹੈ। ਭਾਈ ਨੰਦੇ ਨੂੰ ਵੀ ਉਹਨਾਂ ਨੇ ਜਗ੍ਹਾ ਬਖਸ਼ਿਸ਼ ਕੀਤੀ ਸੀ। ਇਸੇ ਤਰ੍ਹਾਂ ਜਿਹੜਾ ਵੀ ਖੰਡੇ ਬਾਟੇ ਦੀ ਦਾਤ ਲੈਂਦਾ ਗੁਰੂ ਪਾਤਸ਼ਾਹ ਮਹਾਰਾਜ ਉਹਦੇ ਆਪ ਸਹਾਈ ਹੋ ਕਰਕੇ ਮਰਿਆਦਾ ਵਿੱਚ ਕਾਇਮ ਰਵੇ, ਕਿਉਂਕਿ ਸਤਿਗੁਰਾਂ ਦੇ ਪਹਿਲੇ ਬਚਨ ਇਹ ਹਨ, ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਹਿਬ ਗੁਰ ਸਿੱਖਾ ਤੇਰਾ, ਜਿਹੜਾ ਰਹਿਣੀ ਵਿੱਚ ਪੂਰਾ ਤੇ ਖੰਡੇ ਬਾਟੇ ਦੀ ਦਾਤ ਲੈ ਕੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਵਸਾਈਏ। ਕਿਉਂਕਿ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਨ, ਪੜ੍ਹਨ ਦੇ ਨਾਲ ਭੇਦ ਨਹੀਂ ਆਉਂਦਾ। ਗੁਰਪੁਰਬ ਪਹਿਲਾਂ ਵੀ ਮਨਾਏ ਜਾਂਦੇ, ਹੁਣ ਵੀ ਮਨਾਏ ਜਾ ਰਹੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਮਨਾਏ ਜਾਣੇ, ਕਿਉਂਕਿ ਆਪਣਾ ਕਾਰਜ ਆਪ ਹੀ ਕਰਨਾ। ਜਿਸ ਦਾ ਕਾਰਜ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਹਾ। ਅਸੀਂ ਗੁਰਪੁਰਬਾਂ ਤੋਂ ਕੀ ਸਿੱਖਿਆ ਲਈ ਹੈ ਕਿ ਸਾਡਾ ਜੀਵਨ ਸਾਨੂੰ ਦਰਸਾਉਂਦਾ ਹੈ। ਜੀਵਨ ਸਾਡਾ ਵੇਖ ਕੇ ਵੀ ਕਹਿ ਸਕਦਾ ਹੈ ਕਿ ਇਹਨੇ ਗੁਰਪੁਰਬਾਂ ਤੋਂ ਕੀ ਸਿੱਖਿਆ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਨੂੰ ਡਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਿੱਚ ਆਵੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ। ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਣਾਈ ਰੱਖੇ ਦੀ ਗੁਰੂ ਦੀ ਬਾਤ ਹੀ ਆਪਣੇ ਜੀਵਨ ਵਿੱਚ ਵਸਾਓ। ਕਿਉਂਕਿ ਬਾਬੇ ਨਾਨਕ ਦੇ ਬਚਨਾਂ ਵਿੱਚ ਜਿਹੜਾ ਲੰਗਰ ਪ੍ਰਸ਼ਾਦ ਛਕਦੇ ਆ ਤਿੰਨ ਬਚਨਾਂ ਦਾ ਖਿਆਲ ਰੱਖਦਾ। ਇੱਕ ਤਾਂ ਸਿਰ ਨੰਗਾ ਨਹੀਂ ਹੋਣਾ ਚਾਹੀਦਾ, ਦੂਜਾ ਪੈਰਾਂ ਵਿੱਚ ਜੋੜਾ ਨਹੀਂ, ਤੀਜਾ ਦਰਿਆਵੀ ਗੱਲ ਨਹੀਂ। ਗੁਰੂ ਦੀ ਗੱਲ ਰੱਬ ਦੀ ਗੱਲ ਕਰਨੀ ਹੈ। ਇਸ ਕਰਕੇ ਜਦੋਂ ਗੁਰੂ ਕੋਲ ਆਉਣਾ ਫਿਰ ਗੁਰੂ ਦੀ ਗੱਲ ਕਰਨੀ, ਗੁਰੂ ਕੋਲ ਸਮੱਤ ਲੈ ਕੇ ਜਾਣੀ ਹੈ।